हेलो स्टूडेंट्स, वेलकम बैक टू माय यूट्यूब चैनल। सो इस वीडियो ਦੇ ਵਿੱਚ ਬੱਚੇ ਅਸੀਂ क्लास +1 ਦਾ यूनिट 4th वर्क एनर्जी पावर ਜਿਹੜਾ स्टार्ट ਕਰਨ ਜਾ ਰਹੇ ਹਾਂ। सो ਬੱਚੇ इंपॉर्टेंट चैप्टर है। सो ਬੱਚੇ इस चैप्टर ਦੇ ਵਿੱਚ टोटल 7 ਜਿਹੜੇ MCQs ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ, ਜਿਹਦੇ ਵਿੱਚ ਨੌਲੇਜ ਬੇਸਡ, ਅੰਡਰਸਟੈਂਡਿੰਗ ਔਰ ਐਪਲੀਕੇਸ਼ਨ ਬੇਸਡ ਜਿਹੜੇ ਕੁਐਸਚਨ ਹੋਣਗੇ ਮਿਕਸ ਹੋਣਗੇ। ਸੋ 1 ਮਾਰਕਸ ਦੇ ਬੱਚੇ 6 MCQs ਜਿਹੜੇ ਆ ਇਸ ਚੈਪਟਰ ਦੇ ਵਿੱਚੋਂ 7 MCQs ਜਿਹੜੇ ਆ ਇਸ ਚੈਪਟਰ ਦੇ ਵਿੱਚੋਂ ਆਣਗੇ। ਸੋ ਬੱਚੇ ਆਪਾਂ ਸਟਾਰਟ ਕਰਦੇ ਹਾਂ ਵਾਲਾ ਚੈਪਟਰ। ਸੋ ਸਭ ਤੋਂ ਪਹਿਲਾਂ ਬੱਚੇ ਤੁਹਾਨੂੰ ਇੰਪੋਰਟੈਂਟ ਫਾਰਮੂਲੇਜ਼ ਜਿਹੜੇ ਆ ਚੰਗੀ ਤਰੀਕੇ ਨਾਲ ਲਰਨ ਹੋਣੇ ਚਾਹੀਦੇ ਆ। W = Fs cos θ, kinetic energy = ½ mv², potential energy = mgh, force into distance = ½ mv², v मतलब फाइनल वेलोसिटी, u मतलब इनिशियल वेलोसिटी। ਬੱਚੇ ਬਹੁਤ ਸਾਰੇ ਸਟੂਡੈਂਟਸ ਐਟ ਪ੍ਰੈਜ਼ੈਂਟ ਇੱਦਾਂ ਕੁਐਸਚਨ ਪੁੱਛਦੇ ਆ ਕਿ ਮੈਮ ਸਾਡੇ ਕਨਸੈਪਟ ਕਲੀਅਰ ਨਹੀਂ ਆ, ਅਸੀਂ ਕੀ ਕਰੀਏ ਜਾਂ ਕਿੱਦਾਂ ਤਿਆਰੀ ਕਰੀਏ। ਬੱਚੇ ਐਕੂਰੇਟ ਦੀ ਬੁੱਕ ਦੇ ਵਿੱਚ ਤੁਹਾਨੂੰ ਫਸਟ ਨੰਬਰ 'ਤੇ ਇੰਪੋਰਟੈਂਟ ਫਾਰਮੂਲੇਜ਼ ਮਿਲ ਜਾਣਗੇ। ਤੁਸੀਂ ਫਾਰਮੂਲੇਜ਼ ਅੱਛੇ ਤਰੀਕੇ ਨਾਲ ਲਰਨ ਕਰ ਲਓ। ਜਿੰਨੇ ਕੁ ਬੱਚੇ MCQs ਇਹਦੇ ਵਿੱਚ ਦਿੱਤੇ ਹੋਏ ਆ, ਮੈਂ ਨਹੀਂ ਕਹਿੰਦੀ ਇਹ 'ਚੋਂ 100% ਪੇਪਰ ਆਏਗਾ, ਬਟ ਤੁਹਾਡੇ 60 ਤੋਂ 70% ਮਾਰਕਸ ਜ਼ਰੂਰ ਆ ਜਾਣਗੇ। ਅਗਰ ਤੁਸੀਂ ਫਿਜ਼ਿਕਸ ਦੀ ਜਿਹੜੀ ਐਕੂਰੇਟ ਦੀ ਬੁੱਕ ਪੜ੍ਹ ਕੇ ਜਾਂਦੇ ਆ ਬੱਚੇ, ਇੰਨੇ ਕੁ ਮਾਰਕਸ ਜਿਹੜੇ ਆ ਤੁਹਾਡੇ ਜ਼ਰੂਰ ਆ ਜਾਣਗੇ। ਅਗਰ ਤੁਸੀਂ 100% ਤਿਆਰੀ ਕਰਨਾ ਚਾਹੁੰਦੇ ਐਕੂਰੇਟ, ਮਾਡਰਨ, ਦਿਨੇਸ਼, ਬੱਚੇ ਇਸ ਬੁੱਕਸ ਨੂੰ ਫੋਲੋ ਜ਼ਰੂਰ ਕਰਨਾ। ਸੋ ਚਲੋ ਆਪਾਂ ਮੇਨ ਫਾਰਮੂਲੇਜ਼ ਬੱਚੇ ਚੰਗੀ ਤਰੀਕੇ ਨਾਲ ਲਰਨ ਕਰਨ ਤੋਂ ਬਾਅਦ ਪਾਵਰ, ਸਪਰਿੰਗ, ਠੀਕ ਹੈ। ਕਾਈਨੈਟਿਕ એનર્ਜੀ ਦੇ ਬੱਚੇ 2 ਫਾਰਮੂਲੇਜ਼ ਹੁੰਦੇ ਆ, ½ mv², ਔਰ ਅਗਰ ਮੋਮੈਂਟਮ ਦੀ ਕੇਸ ਦੇ ਵਿੱਚ ਪੁੱਛਿਆ ਜਾਵੇ ਤਾਂ ਕਾਈਨੈਟਿਕ એનર્ਜੀ = p² / 2m। ਬੱਚੇ ਕੁਐਸਚਨ ਨੰਬਰ 8 ਦੇ ਨਾਲ ਵੀ ਬਹੁਤ ਸਾਰੇ ਕੁਐਸਚਨਸ ਰੀਜ਼ਨਿੰਗ ਦੇ ਜਾਂ ਫਿਰ ਅੰਡਰਸਟੈਂਡਿੰਗ ਦੇ ਤੁਹਾਨੂੰ ਮਿਲ ਜਾਣਗੇ। ਸੋ ਕੁਐਸਚਨ ਪੁਆਇੰਟ ਜਿਹੜਾ 7 ਆ ਦੈਟ ਇਜ਼ ਆਲਸੋ ਇੰਪੋਰਟੈਂਟ। ਇਹ ਕੋਲੀਜ਼ਨ ਦਾ ਬੱਚੇ ਫਾਰਮੂਲਾ ਆ। ਨੈਕਸਟ ਆ ਜਾਓ ਕੁਐਸਚਨ ਨੰਬਰ 1 ਤੇ। ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਨੌਲੇਜ ਬੇਸ ਕੁਐਸਚਨ ਤੋਂ। ਉਹਨਾਂ ਨੇ ਕਿਹਾ 2 ਵੈਕਟਰਸ ਆ A ਐਂਡ B ਆਰ ਸੱਚ ਦੈਟ ਮੈਗਨੀਟਿਊਡ ਆਫ A ਪਲਸ ਮੈਗਨੀਟਿਊਡ ਆਫ B = ਮੈਗਨੀਟਿਊਡ ਆਫ A ਮਾਈਨਸ B, ਦਾ ਐਂਗਲ ਬਿਟਵੀਨ ਦ 2 ਵੈਕਟਰਸ। ਹੁਣ ਹਮੇਸ਼ਾ ਹੀ ਯਾਦ ਰੱਖੋ, ਜਦੋਂ ਵੀ ਮੈਗਨੀਟਿਊਡ ਆਵੇ ਇਹਨੂੰ ਸੋਲਵ ਕਰਨ ਦਾ ਤਰੀਕਾ ਕੀ ਹੁੰਦਾ, ਅਸੀਂ ਸਕੁਅਰ ਕਰ ਦੇਣਾ। ਦੋਨਾਂ ਤਰਫ ਸਕੁਅਰ ਕਰ ਦਿੱਤਾ। ਅਗਰ ਸਕੁਅਰ ਕੀਤਾ ਕੀ ਆਏਗਾ, A² + B² + 2AB cos θ। ਸਿਮਿਲਰਲੀ A² + B² - 2AB cos θ ਅਕੋਰਡਿੰਗ ਟੂ ਦ ਫਾਰਮੂਲਾ। A ਨਾਲ A ਕੈਂਸਲ, B ਦੇ ਨਾਲ B ਕੈਂਸਲ। 2AB ਦੂਸਰੀ ਤਰਫ ਲੈ ਕੇ ਜਾਵਾਂਗੇ, A ਪੋਜ਼ੀਟਿਵ ਦਾ ਬਚਿਆ, ਨੈਗੇਟਿਵ ਦਾ ਦੂਸਰੀ ਤਰਫ ਲੈ ਕੇ ਜਾਵਾਂਗੇ ਤਾਂ ਇਹ ਵੀ ਪਲੱਸ ਦਾ ਹੋ ਜਾਏਗਾ। ਸੋ ਪਲੱਸ ਦਾ ਹੋ ਗਿਆ ਤਾਂ ਸਾਡੇ ਕੋਲ ਕਿੰਨਾ ਆ ਗਿਆ, 4AB cos θ। ਸੋ ਦਿਸ ਇਜ਼ ਇਕੁਅਲਸ ਟੂ 0, ਕਿਉਂਕਿ ਦੂਸਰੀ ਤਰਫ ਕੋਈ ਵੀ ਟਰਮ ਜਿਹੜੀ ਆ ਨਹੀਂ ਬਚੇਗੀ। ਇਹਦਾ ਮਤਲਬ ਅਸੀਂ ਲਿਖ ਸਕਦੇ ਹਾਂ cos θ = 0। ਹੁਣ cos θ ਦੀ ਵੈਲਿਊ 0 ਕਦੋਂ ਹੁੰਦੀ ਹੈ, ਜਦੋਂ ਥੀਟਾ ਦਾ ਵੈਲਿਊ 90 ਡਿਗਰੀ ਹੋਵੇ। ਠੀਕ ਹੈ ਜੀ। ਸੋ ਆਨਸਰ ਆ ਗਿਆ ਤੁਹਾਡਾ ਡੀ ਆਪਸ਼ਨ। ਨੈਕਸਟ ਆ ਜੋ ਸੈਕੰਡ ਕੁਐਸਚਨ ਤੇ, ਡਾਟ ਪ੍ਰੋਡਕਟ ਆਫ ਟੂ ਮਿਊਚੁਅਲ ਪਰਪੈਂਡੀਕੂਲਰ ਵੈਕਟਰਸ ਇਜ਼। ਅਗਰ ਅਸੀਂ 2 ਮਿਊਚੁਅਲ ਪਰਪੈਂਡੀਕੂਲਰ ਵੈਕਟਰਸ ਲੈ ਲਈਏ ਤਾਂ ਮਤਲਬ A.B ਲੈ ਲਈਏ, ਡਾਟ ਪ੍ਰੋਡਕਟ ਹਟਾਤਾ, cos θ ਦੀ ਵੈਲਿਊ ਜਦੋਂ 90 ਡਿਗਰੀ ਹੋਏਗੀ, ਅਗਰ ਪਰਪੈਂਡੀਕੂਲਰ ਆ ਇਟ ਮੀਨਸ ਕਿ 90 ਡਿਗਰੀ ਹੈ ਤਾਂ cos 90 = 0, ਤਾਂ A.B ਦੀ ਵੈਲਿਊ ਕਿੰਨੀ ਆ ਜਾਏਗੀ, 0। ਸੋ A ਆਪਸ਼ਨ ਇਜ਼ ਦ ਰਾਈਟ। ਨੈਕਸਟ ਆ ਟੂ ਐਂਗਲ ਬਿਟਵੀਨ A ਐਂਡ B ਇਜ਼। ਹੁਣ ਅਸੀਂ ਐਂਗਲਸ ਪਤਾ ਕਰਨੇ ਆ। ਦ ਐਂਗਲ ਬਿਟਵੀਨ A ਐਂਡ B, ਬੱਚੇ ਐਂਗਲ ਮਤਲਬ ਕਿ cos θ ਅਸੀਂ ਪਤਾ ਕਰਨਾ। ਸੋ cos θ ਦਾ ਫਾਰਮੂਲਾ ਕੀ ਹੁੰਦਾ, A ਵੈਕਟਰ ਡੋਟ B ਵੈਕਟਰ ਡਿਵਾਈਡਡ ਬਾਈ ਮੈਗਨੀਟਿਊਡ ਆਫ A ਐਂਡ ਮੈਗਨੀਟਿਊਡ ਆਫ B। ਸਭ ਤੋਂ ਪਹਿਲਾਂ ਅਸੀਂ A.B ਪਤਾ ਕਰਦੇ। ਬੱਚੇ ਆਹ ਫਾਰਮੂਲਾ ਲਿਖ ਲਓ, ਐਕੂਰੇਟ ਨੇ ਪੂਰੀ ਅੱਛੀ ਤਰੀਕੇ ਨਾਲ ਸੋਲਵ ਨਹੀਂ ਕੀਤਾ ਹੋਇਆ, ਸੋ ਆਹ ਪੂਰਾ ਫਾਰਮੂਲਾ ਲਿਖ ਲਓ। ਸੋ ਸਭ ਤੋਂ ਪਹਿਲਾਂ ਅਸੀਂ A.B ਸੋਲਵ ਕਰਾਂਗੇ। ਜੋ ਸਾਡੀ ਟਰਮ ਆ A.B ਡਿਵਾਈਡਡ ਬਾਈ ਮੈਗਨੀਟਿਊਡ ਆਫ A ਐਂਡ ਮੈਗਨੀਟਿਊਡ ਆਫ B। A.B ਮਤਲਬ I ਨੂੰ I ਨਾਲ ਮਲਟੀਪਲਾਈ। ਜਦੋਂ ਬੱਚੇ I ਨੂੰ I ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਆਏਗਾ, 2I.I। I.I ਮਤਲਬ 1। J ਨੂੰ J ਦੇ ਨਾਲ ਹੀ ਸੋਲਵ ਕਰ ਸਕਦੇ ਹਾਂ, ਦੂਸਰੇ ਨਾਲ ਨਹੀਂ ਕਰ ਸਕਦੇ। ਸੋ 0.2 ਨੂੰ 0.2 ਮਲਟੀਪਲਾਈ ਬਾਈ 10, ਪੁਆਇੰਟ ਹਟਾ ਦਿੱਤਾ ਤਾਂ ਇਕੱਲਾ 2 ਆ ਗਿਆ। ਕਿਹੜਾ 2, ਮਾਈਨਸ ਦਾ 2। ਸੋ ਅਸੀਂ ਲਿਖ ਸਕਦੇ ਹਾਂ -2। ਫਸਟ ਦਾ ਕਿੰਨਾ ਆ ਗਿਆ ਸੀ, 2 ਮਾਈਨਸ, ਇਹਨੂੰ ਜਦੋਂ ਇਹਨਾਂ ਮਲਟੀਪਲਾਈ ਕੀਤਾ ਤਾਂ ਮਾਈਨਸ ਦੇ 2 ਡਿਵਾਈਡਡ ਬਾਏ। ਬੱਚੇ ਹੁਣ ਉੱਪਰ ਹੀ ਜਦੋਂ 2 - 2 ਆ ਗਿਆ, ਨੀਚੇ ਜੋ ਮਰਜ਼ੀ ਸੋਲਵ ਕਰਕੇ ਆ ਜਾਵੇ ਤਾਂ 0 ਡਿਵਾਈਡਡ ਬਾਈ ਜੋ ਮਰਜ਼ੀ ਸੋਲਵ ਕਰਕੇ ਆ ਜਾਵੇ, ਸਾਡਾ ਆਨਸਰ 0 ਹੀ ਰਹੇਗਾ। ਇਹਦਾ ਮਤਲਬ
cos थीटा का आंसर साढ़े को कितना आ गया 0, इस करके इन्होंने सारा सॉल्व करना जरूरी नहीं समझिया। तो थीटा का आंसर 0 कदों हुंदा जदों थीटा 90 डिग्री होवे, cos थीटा का आंसर 0 कदों हुंदा जदों थीटा का आंसर 90 डिग्री होवे। नैक्सट आ जाओ, वट इज़ द एंगल बिटवीन ए एंड बी। अगेन सेम क्वेश्चन आ बच्चे, ए एंड बी दे नाल किद्दां होएगा, सो खुद ट्राई करके देखना। नैक्सट आ जाओ, अ मैन पुशिज अ वॉल एंड अ फेल्स टू डिसप्लेस इट। कहते अगर एक परसन ने एक कंध ਨੂੰ ਧੱਕਾ ਲਗਾਇਆ, ਬੱਚੇ ਆਹ ਕੁਐਸਚਨ ਤੁਹਾਡੇ ਸਤੰਬਰ ਐਗਜ਼ਾਮ ਦੇ ਵਿੱਚ ਵੀ ਆਇਆ ਹੋਇਆ ਸੀ, ਔਰ ਇੱਕ ਸਟੂਡੈਂਟ ਸੀ ਉਹਨੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਾਫੀ ਡਿਸਕਸ਼ਨ ਕੀਤੀ ਕਿ ਜ਼ੀਰੋ ਕਿੱਦਾਂ ਸੀ। ਆਈ ਰੀਅਲੀ ਹੈਪੀ ਕਿ ਬੱਚੇ ਜਦੋਂ ਤੁਸੀਂ ਕੁਐਸਚਨਿੰਗ ਕਰਦੇ ਆ ਮੈਮ ਆ ਕਿੱਦਾਂ ਆਇਆ ਉਹ ਕਿੱਦਾਂ ਆਇਆ, ਮੈਂ ਕਦੇ ਨਹੀਂ ਖਿੱਚਦੀ ਸਗੋਂ ਮੈਨੂੰ ਖੁਸ਼ੀ ਹੁੰਦੀ ਆ ਕਿ ਤੁਸੀਂ ਕਮੈਂਟ ਕਰਕੇ, ਪਹਿਲੀ ਗੱਲ ਤਾਂ ਬੱਚੇ ਕਮੈਂਟ ਕਰਕੇ ਪੁੱਛਣਾ, ਇਹਦੇ ਲਈ ਵੀ ਹਿੰਮਤ ਚਾਹੀਦੀ ਆ। ਦੂਸਰੀ ਚੀਜ਼, ਤੁਹਾਡੇ ਜਦੋਂ ਤੁਸੀਂ ਕਮੈਂਟ ਕਰਕੇ ਪੁੱਛਦੇ ਆ ਬੱਚੇ, ਟੀਚਰ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਰਿਸਪੈਕਟਫੁਲੀ ਪੁੱਛ ਰਹੇ ਆ, ਕਿ ਤੁਸੀਂ ਕਿਸ ਤਰੀਕੇ ਨਾਲ ਪੁੱਛ ਰਹੇ ਆ। ਸੋ ਜਿਹੜੇ ਵੀ ਬੱਚੇ ਰਿਸਪੈਕਟਫੁਲੀ ਜਿਹੜੇ ਪੁੱਛਦੇ ਆ ਕਿ ਮੈਮ ਇਹਦਾ ਆਨਸਰ ਕਿੱਦਾਂ ਆਇਆ, ਉਹਨਾਂ ਨੂੰ ਰਿਪਲਾਈ ਕਰਨ 'ਚ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਉਹ ਬੱਚਿਆਂ ਨੂੰ ਵਾਕਈ ਉਹ ਪੜ੍ਹ ਰਹੇ ਆ ਔਰ ਉਹਨਾਂ ਨੂੰ ਡਾਊਟਸ ਆ ਰਿਹਾ, ਇਸ ਕਰਕੇ ਉਹ ਟੀਚਰ ਤੋਂ ਕੋਈ ਕੁਐਸਚਨ ਪੁੱਛ ਰਹੇ ਆ। ਸੋ ਆਹ ਕੁਐਸਚਨ ਪਿੱਛੇ ਕਾफ़ी डिस्कशन हुई सी और मैं बहुत हैप्पीली उस बच्चे ਨੂੰ रिप्लाई कर रही सी, और ਉਹ ਬੱਚੇ ਨੇ ਬਹੁਤ कह लो रिस्पैक्टफुली ही क्वेश्चन पूछे सी कि आंसर किद्दां आ रहा। सो चलो ਆਪਾਂ ਇੱਕ ਵਾਰੀ ਇਹਨੂੰ डिस्कस कर ਲੈਂਦੇ ਹਾਂ। ਇਸ ਕਰਕੇ ਮੈਂ ਤੁਹਾਨੂੰ ਇਹ ਇਨਸੀਡੈਂਸ ਦੱਸਿਆ ਕਿ ਮੈਂ ਉਹਦਾ ਕੁਐਸਚਨ ਵੀ ਨਾਲ ਲੈ ਕੇ ਚੱਲੂੰਗੀ ਕਿ ਉਹਨੇ ਕੀ ਸੋਚਿਆ ਤੇ ਆਨਸਰ ਐਕਚੁਅਲੀ ਆਇਆ ਕੀ। ਹੁਣ ਧਿਆਨ ਦਿਓ, ਉਹਨਾਂ ਨੇ ਕਿਹਾ ਅ ਮੈਨ ਪੁਸ਼ਿਜ਼ ਅ ਵॉल ਐਂਡ ਫੇਲਸ ਟੂ ਡਿਸਪਲੇਸ ਇਟ, ਵਰਕ ਡਨ ਬਾਏ ਹਿਮ ਇਜ਼। ਤਾਂ ਉਹਦੇ ਦੁਆਰਾ ਕੰਮ ਕਿੰਨਾ ਹੋਇਆ। ਹੁਣ ਧਿਆਨ ਨਾਲ ਸੋਚੋ ਬੱਚੇ, ਕੰਧ ਨੂੰ ਤੁਸੀਂ ਧੱਕਾ ਲਗਾਇਆ, ਮੈਂ ਤੁਹਾਨੂੰ ਕਹਾਂ ਕਿ ਕੰਧ ਨੂੰ ਧੱਕਾ ਲਗਾਓ, ਕੰਧ ਨੂੰ ਜਦੋਂ ਤੁਸੀਂ ਧੱਕਾ ਲਾ ਰਹੇ ਸੀ ਤੁਸੀਂ ਪੂਰੇ ਜ਼ੋਰ ਨਾਲ ਧੱਕਾ ਲਾਇਆ, ਮੰਨ ਲਓ ਤੁਹਾਡੇ ਜਿਹੜੇ ਪੈਰ ਆ ਉਹ ਥੋੜ੍ਹੇ ਜਿਹੇ ਖਿਸਕ ਕੇ ਪਿੱਛੇ ਨੂੰ ਚਲੇ ਗਏ, ਠੀਕ ਆ, ਫੋਰਸ ਦੇ ਨਾਲ ਖਿਸਕ ਕੇ ਪਿੱਛੇ ਨੂੰ ਚਲੇ ਗਏ। ਉਹ ਕਹਿ ਰਿਹਾ ਵਰਕ ਡਨ ਬਾਏ ਹਿਮ, ਉਹਦੇ ਦੁਆਰਾ ਕਿੰਨਾ ਕੰਮ ਕੀਤਾ ਗਿਆ। ਪਹਿਲੀ ਗੱਲ ਤਾਂ ਬੱਚੇ ਕੰਧ ਹੀ ਨਹੀਂ ਹਿੱਲੀ ਆਪਣੀ ਜਗ੍ਹਾ ਤੋਂ, ਕੰਧ ਨਹੀਂ ਹਿੱਲੀ, ਸੋ ਵਰਕ ਡਨ ਕਿਹਦੇ ਇਕੁਅਲ ਹੁੰਦਾ, ਫੋਰਸ ਇਨਟੂ ਡਿਸਪਲੇਸਮੈਂਟ। ਹੁਣ ਇਸ ਕੇਸ ਦੇ ਵਿੱਚ ਕੀ ਆ, ਅਸੀਂ ਫੋਰਸ ਤਾਂ ਲਗਾਇਆ ਬਟ ਡਿਸਪਲੇਸਮੈਂਟ ਕਿੰਨੀ ਸੀ, 0, ਕੰਧ ਹਿੱਲੀ ਨਹੀਂ। 0 ਨੂੰ F ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਵਰਕ ਡਨ ਇਜ਼ 0। ਕਲੀਅਰ ਹੋ ਗਈ ਆ ਗੱਲ। ਸੋ ਬੱਚੇ ਕਮੈਂਟ ਦੇ ਵਿੱਚ ਜਿਹੜਾ ਬੱਚੇ ਨੇ ਮੇਰੇ ਤੋਂ ਕੁਐਸਚਨ ਪੁੱਛਿਆ ਸੀ ਉਹ ਇਸ ਚੀਜ਼ ਵਿੱਚ ਕਨਫਿਊਜ਼ ਸੀ ਕਿ ਵਰਕ ਡਨ ਬਾਏ ਹਿਮ ਉਹਦੇ ਦੁਆਰਾ ਕਿੰਨਾ ਕੰਮ ਹੋਇਆ ਜਦ ਕਿ ਉਹਦੇ ਪੈਰ ਖਿਸਕ ਕੇ। ਬੱਚੇ ਇਸ ਕੁਐਸਚਨ ਦੇ ਵਿੱਚ, ਇਸ ਬੁੱਕ ਦੇ ਵਿੱਚ ਇੱਦਾਂ ਨਹੀਂ ਲਿਖਿਆ ਹੋਇਆ ਕਿ ਉਹਦੇ ਪੈਰ ਖਿਸਕ ਕੇ ਪਿੱਛੇ ਨੂੰ ਚਲੇ ਗਏ। ਜਿਹੜੇ ਸਤੰਬਰ ਐਗਜ਼ਾਮ ਆਇਆ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜਾ ਉਹ ਖੁਦ ਜਿਹੜਾ ਆ ਪਰਸਨ ਡਿਸਪਲੇਸ ਹੋ ਗਿਆ ਥੋੜ੍ਹਾ ਜਿਹਾ ਪਿੱਛੇ ਨੂੰ। ਉਹਨਾਂ ਨੇ ਕੰਧ 'ਤੇ ਕੰਮ ਪੁੱਛਿਆ ਸੀ, ਨਾ ਕਿ ਪਰਸਨ ਦਾ ਕੰਮ। ਸੋ ਕੋਈ ਡਿਸਪਲੇਸਮੈਂਟ ਨਹੀਂ ਹੋਈ ਕੰਧ ਦੀ, ਕਿਉਂਕਿ ਅਸੀਂ ਫੋਰਸ ਜਿਹੜੀ ਆ ਕੰਧ 'ਤੇ ਲਗਾ ਰਹੇ ਹਾਂ, ਇਸ ਕਰਕੇ ਉੱਥੇ ਵੀ ਆਹੀ ਚੀਜ਼ ਲੱਗਣੀ ਸੀ ਕਿ ਜਿਹੜਾ ਵਰਕ ਡਨ ਆ ਉਹ 0 ਹੋਏਗਾ, ਕਿਉਂਕਿ ਕੋਈ ਡਿਸਪਲੇਸਮੈਂਟ ਨਹੀਂ ਹੋਈ। ਨੈਕਸਟ ਆ ਜਾਓ, एनर्जी वर्क एनर्जी थ्योरम इज, वर्क एनर्जी थ्योरम की एन इंटेग्रल फॉर्म ऑफ अ न्यूटन सेकेंड लॉ। नैक्सट आ जाओ, 7th क्वेश्चन बच्चे खुद ट्राई करो। 8th क्वेश्चन जोड़ा आ खुद ट्राई करो, जी रेट ऑफ चेंज ऑफ काइनेटिक एनर्जी आ कि इक्वल आ, इस करके कह रही खुद ट्राई करो। बच्चे सोल्यूशन एक्चुअली दिते हुए आ। वर्क एनर्जी थ्योरम अपलाई ओनली फॉर किहदे लई वर्क जोड़ा ये करदा आ, ये बच्चे फोर्स वेरीएबल दे लिए भी काम करता है और कॉन्सटेंट दे लिए भी करता। सो ए एंड बी आर बोथ आर आंसर्स। नैक्सट आ जाओ, अकॉर्डिंग टू द वर्क एनर्जी थ्योरम वर्क डन बाय द नेट फोर्स ऑन अ पार्टिकल इज इक्वल टू द चेंज इन इट्स काइनेटिक एनर्जी। सो बच्चे काइनेटिक एनर्जी मतलब बी ऑप्शन है। सो ये स्टेटमेंट ही है, इस करके मैनू ये याद सी काइनेटिक एनर्जी। सो काइनेटिक एनर्जी तुसी लर्न कर लो। 11th क्वेश्चन बच्चे खुद ट्राई करके देखो। 12th क्वेश्चन खुद ट्राई करके देखो। 13 क्वेश्चन इंपॉर्टेंट क्वेश्चन है, सो ट्राई योर सेल्फ। 14th क्वेश्चन देखो, 4 पार्टिकल्स गिव हिम गिवन हर हैव सेम मोमेंटम। थानू 4 पार्टिकल्स दिते गए आ, प्रोटोन, इलैक्ट्रॉन, न्यूट्रॉन ते अल्फा पार्टिकल, विच हैव अ मैक्सिमम काइनेटिक एनर्जी। सो मैक्सिमम काइनेटिक एनर्जी किहदी होएगी। बच्चे साडे को 2 फॉर्मूलेज आ काइनेटिक एनर्जी दे, हाफ mv स्केयर। उन्होंने कहा विच हैव अ मैक्सिमम काइनेटिक एनर्जी। सब
ਤੋਂ ਜ਼ਿਆਦਾ ਜਿਹਦਾ ਮਾਸ ਹੋਏਗਾ ਉਹਦੀ ਹੀ ਕਾਈਨੈਟਿਕ એનર્ਜੀ ਸਭ ਤੋਂ ਜ਼ਿਆਦਾ ਹੋਏਗੀ। ਇਹਦੇ ਅਕੋਰਡਿੰਗਲੀ ਅਗਰ ਅਸੀਂ ਆਹ ਫਾਰਮੂਲਾ ਲਗਾਈਏ, ਹੁਣ ਧਿਆਨ ਦਿਓ ਬੱਚੇ, ਜਦੋਂ ਵੀ ਅਸੀਂ ਇੱਦਾਂ ਦੀ ਗੱਲ ਕਰਨੀ, ਅਸੀਂ ਆਹ ਵਾਲਾ ਫਾਰਮੂਲਾ ਨਹੀਂ ਅਪਲਾਈ ਕਰਾਂਗੇ, ਅਸੀਂ ਫਾਰਮੂਲਾ ਅਪਲਾਈ ਕਰਾਂਗੇ ਕਾਈਨੈਟਿਕ એનર્ਜੀ ਇਜ਼ ਇਕੁਅਲਸ ਟੂ P² ਡਿਵਾਈਡਡ ਬਾਈ 2m। ਇਹਦਾ ਰੀਜ਼ਨ ਕੀ ਆ? ਆਹ ਵਾਲਾ ਫਾਰਮੂਲਾ ਬੱਚੇ ਅਸੀਂ ਆਲਵੇਜ਼ એનર્ਜੀ ਫਾਈਂਡ ਆਊਟ ਕਰਨ ਦੇ ਲਈ ਕਰਦੇ ਹਾਂ। ਜਿੱਥੇ ਵੀ ਅਸੀਂ ਕਿਸੇ ਪਰਟੀਕੂਲਰ ਪਾਰਟੀਕਲ ਦੀ એનર્ਜੀ ਨੂੰ ਫਾਈਂਡ ਕਰਨਾ ਹੋਵੇ, ਵੀ ਉਹ ਕਿੰਨੀ ਸਪੀਡ ਦੇ ਨਾਲ ਪਲੇਟ 'ਚੋਂ ਬਾਹਰ ਨਿਕਲ ਗਿਆ ਜਾਂ ਉਹਦੀ ਕਿੰਨੀ એનર્ਜੀ ਸੀ ਐਕਸੈਕਟਰਾ, ਠੀਕ ਹੈ। ਜਦੋਂ ਅਸੀਂ ਕੰਪੈਰੀਜ਼ਨ ਕਰਨਾ ਹੋਵੇ, ਉਹਨਾਂ ਨੇ ਕਿਹਾ ਕਿ ਹੈਵਿੰਗ ਸੇਮ ਮੋਮੈਂਟਮ, ਜਦ ਕਿ ਇਹਦੇ ਵਿੱਚ ਕਿਤੇ ਵੀ ਮੋਮੈਂਟਮ ਦੀ ਗੱਲ ਨਹੀਂ ਕੀਤੀ। ਸੋ ਟਰਾਈ ਕਰੋ ਅਸੀਂ ਆਹ ਵਾਲਾ ਫਾਰਮੂਲਾ ਯੂਜ਼ ਨਹੀਂ ਕਰਾਂਗੇ, ਕਿਉਂਕਿ ਉਹਨਾਂ ਨੇ ਮੋਮੈਂਟਮ ਦੀ ਗੱਲ ਕੀਤੀ। ਮੋਮੈਂਟਮ ਮਤਲਬ P ਦੀ ਗੱਲ ਕੀਤੀ ਆ, ਠੀਕ ਹੈ ਜੀ। P ਆ ਮਤਲਬ P ਸੇਮ ਆ, ਤਾਂ ਮੈਕਸਿਮਮ ਕਾਈਨੈਟਿਕ એનર્ਜੀ ਕਿਹਦੀ ਹੋਏਗੀ? ਜਿਹਦਾ ਮਾਸ ਸਭ ਤੋਂ ਜ਼ਿਆਦਾ ਹੋਏਗਾ ਉਹਦੀ ਕਾਈਨੈਟਿਕ એનર્ਜੀ ਸਭ ਤੋਂ ਘੱਟ ਹੋਏਗੀ। ਮੈਕਸਿਮਮ ਪੁੱਛਿਆ ਮਤਲਬ ਜਿਹਦਾ ਮਾਸ ਸਭ ਤੋਂ ਘੱਟ ਹੋਏਗਾ ਉਹਦੀ ਕਾਈਨੈਟਿਕ એનર્ਜੀ ਸਭ ਤੋਂ ਜ਼ਿਆਦਾ ਹੋਏਗੀ। ਸੋ ਸਾਨੂੰ ਪਤਾ ਪ੍ਰੋਟੋਨ ਦਾ ਮਾਸ ਇਲੈਕਟ੍ਰੋਨ ਨਾਲੋਂ ਜ਼ਿਆਦਾ, ਮਤਲਬ ਇਲੈਕਟ੍ਰੋਨ ਆਨਸਰ ਹੋ ਸਕਦਾ। ਇਲੈਕਟ੍ਰੋਨ ਦਾ ਮਾਸ ਨਿਊਟਰੋਨ ਨਾਲੋਂ ਥੋੜ੍ਹਾ ਜਿਹਾ ਘੱਟ ਹੈ, ਹੱਲੇ ਵੀ ਇਲੈਕਟ੍ਰੋਨ ਹੀ ਕਹਿ ਲਓ ਘੱਟ ਆ। ਐਲਫਾ ਪਾਰਟੀਕਲ ਤਾਂ ਪ੍ਰੋਟੋਨ ਨਾਲੋਂ ਵੀ ਵੱਡਾ ਹੈ, ਤਾਂ ਮਤਲਬ ਇਲੈਕਟ੍ਰੋਨ ਇਜ਼ ਅ ਰਾਈਟ ਆਨਸਰ ਅਕੋਰਡਿੰਗ ਟੂ ਦ ਇਕੁਏਸ਼ਨ। ਜਿਹੜੀ ਤੁਹਾਨੂੰ ਫਾਰਮੂਲਾ ਆ ਜਿਹੜਾ ਗਿਵਨ ਆ, ਉਹਦੇ ਅਕੋਰਡਿੰਗਲੀ ਇਲੈਕਟ੍ਰੋਨ ਜਿਹੜਾ ਆ ਰਾਈਟ ਆਨਸਰ ਹੈ। ਨੈਕਸਟ ਆ ਜਾਓ, the potential energy of a system increases if work is done by the system against conservative forces। ਬੱਚੇ ਸਟੇਟਮੈਂਟ ਹੀ ਆ, ਸਟੇਟਮੈਂਟ ਦੇ ਅਕੋਰਡਿੰਗਲੀ ਤੁਹਾਡਾ C ਆਪਸ਼ਨ ਹੈ। ਨੈਕਸਟ ਆ ਜਾਓ, a missile is released with a velocity less than that the escape velocity। ਕਹਿੰਦੇ escape velocity ਨਾਲੋਂ ਮਿਸਾਈਲ ਜਦੋਂ ਅਸੀਂ ਛੱਡੀ ਤਾਂ ਉਹਦੀ velocity ਘੱਟ ਸੀ। then the sum of the potential energy plus kinetic energy ਕਿੱਦਾਂ ਦੀ ਹੋਏਗੀ? ਸੋ ਬੱਚੇ એનર્ਜੀ ਕੀ ਹੁੰਦੀ ਆ? kinetic energy ਪਲਸ ਪੋਟੈਂਸ਼ੀਅਲ એનર્ਜੀ। ਅਗਰ ਸਾਡੀ ਵੈਲੋਸਿਟੀ ਘੱਟ ਆ escape ਦੇ ਨਾਲੋਂ, escape ਨਾਲੋਂ ਘੱਟ ਹੋਏਗੀ ਤਾਂ ਨੈਗੇਟਿਵ ਆਏਗੀ, escape ਨਾਲੋਂ ਜ਼ਿਆਦਾ ਹੋਏਗੀ ਤਾਂ ਪੋਜ਼ੀਟਿਵ ਆਏਗੀ। ਸੋ ਅਸੀਂ ਸਿੰਪਲ ਇੱਕ ਟ੍ਰਿਕ ਰੱਖ ਲੈਣਾ, ਘੱਟ ਆ ਤਾਂ ਨੈਗੇਟਿਵ ਆ, ਵੱਧ ਆ ਤਾਂ ਪੋਜ਼ੀਟਿਵ ਆ। ਐਕਸਪਲੇਨੇਸ਼ਨ ਬੁੱਕ ਦੇ ਅਕੋਰਡਿੰਗਲੀ ਕੀ ਆ? ਇਫ ਦ ਵੈਲੋਸਿਟੀ ਲੈਸ ਦੈਨ ਦ escape velocity then the missile is bound due to the gravitational field of earth, hence total energy ਕਿੰਨੀ ਹੋ ਜਾਏਗੀ? ਨੈਗੇਟਿਵ ਹੋ ਜਾਏਗੀ। ਨੈਕਸਟ ਆ ਜਾਓ, ਕਾਈਨੈਟਿਕ એનર્ਜੀ acquires by a mass m in traveling a certain distance d ਦੇ ਨਾਲ ਉਹ ਟਰੈਵਲ ਕਰ ਰਿਹਾ starting from rest। ਇਨੀਸ਼ੀਅਲ ਵੈਲੋਸਿਟੀ ਮਤਲਬ ਕਿ ਤੁਹਾਡੀ 0 ਆ। ਅੰਡਰ ਦ ਐਕਸ਼ਨ ਆਫ ਕੌਨਸਟੈਂਟ ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ। ਸੋ ਕਿਹਦੇ ਇਕੁਅਲ ਹੋਏਗਾ? ਬੱਚੇ ਸਾਨੂੰ ਪਤਾ ਕਿ ਜਿਹੜੀ ਕਾਈਨੈਟਿਕ એનર્ਜੀ ਆ ਉਹ ਕਿਹਦੇ ਇਕੁਅਲ ਹੁੰਦੀ ਆ? ਫੋਰਸ ਇਨਟੂ ਡਿਸਪਲੇਸਮੈਂਟ Fx। ਇਹ ਅਸੀਂ ਜਿਹੜਾ ਸਪਰਿੰਗ ਵਾਲਾ ਕੌਨਸਟੈਂਟ ਵਾਲਾ ਉਹ ਕੀਤਾ ਆ ਆਰਟੀਕਲ, ਉੱਥੋਂ ਅਸੀਂ ਇਹ ਇਕੁਏਸ਼ਨ ਚੱਕੀ ਆ। ਕਾਈਨੈਟਿਕ એનર્ਜੀ ਇਜ਼ ਇਕੁਅਲਸ ਟੂ Fx, ਪਰ ਇੱਥੇ ਡਿਸਪਲੇਸਮੈਂਟ ਉਹਨਾਂ ਨੇ ਕੀ ਕਿਹਾ ਹੈ? d। ਸੋ ਇਸ ਕਰਕੇ ਅਸੀਂ Fd ਲਿਖ ਦਿੱਤਾ। ਕਲੀਅਰ ਹੋ ਗਈ ਜੀ ਗੱਲ? ਉਹਨਾਂ ਨੇ ਕਿਹਾ ਐਕਸ਼ਨ ਆਫ ਅ ਕੌਨਸਟੈਂਟ ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ। ਅਗਰ ਸਾਡੀ ਫੋਰਸ ਬੱਚੇ ਕੌਨਸਟੈਂਟ ਹੋਏਗੀ ਤਾਂ ਕਹਿੰਦੇ ਕਾਈਨੈਟਿਕ એનર્ਜੀ 'ਤੇ ਕੀ ਫਰਕ ਪਏਗਾ? ਪਹਿਲੀ ਗੱਲ ਤਾਂ ਬੱਚੇ ਕਾਈਨੈਟਿਕ એનર્ਜੀ ਇੰਡੀਪੈਂਡੈਂਟ ਆ ਮਾਸ ਦੇ। ਸੋ ਇੰਡੀਪੈਂਡੈਂਟ ਆ ਮਾਸ ਤੇ, ਮਾਸ ਇੱਥੇ ਕਿਤੇ ਵੀ ਹੈ ਹੀ ਨਹੀਂ। ਸੋ ਆਪਸ਼ਨ ਨੰਬਰ D ਆ ਜਾਏਗੀ, ਇੰਡੀਪੈਂਡੈਂਟ ਆਫ ਮਾਸ। ਵਰਕ એનર્ਜੀ ਥਿਊਰਮ ਅਪਲਾਈਜ਼ ਓਨਲੀ ਫॉर। ਸੋ ਰਿਪੀਟ ਹੋ ਰਿਹਾ ਬੱਚੇ ਕੁਐਸਚਨ, ਸੋ ਤੁਸੀਂ ਖੁਦ ਕਰ ਸਕਦੇ ਆ। ਨੈਕਸਟ ਆ, ਲੋਰੀ ਐਂਡ ਅ ਕਾਰ ਮੂਵਿੰਗ ਵਿਦ ਦ ਸੇਮ ਕਾਈਨੈਟਿਕ એનર્ਜੀ ਦੇ ਨਾਲ ਉਹ ਮੂਵ ਕਰ ਰਿਹਾ ਆ ਟੂ ਰੈਸਟ ਬਾਈ ਅਪਲਾਈਂਗ ਦ ਸੇਮ ਰਿਟਾਰਡਿੰਗ ਫੋਰਸ। ਰਿਟਾਰਡਿੰਗ ਫੋਰਸ ਜਿਹੜੀ ਆ ਉਹ ਵੀ ਸੇਮ ਲੱਗ ਰਹੀ ਆ, ਤਾਂ ਕੀ ਹੋਏਗਾ? ਇਹਦਾ ਮਤਲਬ ਜੇ ਸੇਮ ਕਾਈਨੈਟਿਕ એનર્ਜੀ ਦੇ ਨਾਲ ਕੋਈ ਚੀਜ਼ ਮੂਵ ਕਰ ਰਹੀ ਆ ਤਾਂ ਅਗਰ ਮੂਵ ਕਰ ਰਹੀ ਹੈ ਤਾਂ ਸੇਮ ਵੈਲੋਸਿਟੀ ਨਾਲ ਮੂਵ ਕਰੇਗੀ, ਅਗਰ ਕੌਨਸਟੈਂਟ ਹੋਗੀ ਤਾਂ ਸੇਮ ਨਾਲ ਕੌਨਸਟੈਂਟ ਹੋ ਜਾਏਗੀ। ਸੋ ਕਾਰ ਕਮਸ ਟੂ ਰੈਸਟ ਇਨ ਅ ਸ਼ਾਰਟਰ ਡਿਸਟੈਂਸ, ਇਹ ਵੀ ਸ਼ਾਰਟਰ ਡਿਸਟੈਂਸ ਦੇ ਨਾਲ ਨਹੀਂ ਹੋਏਗਾ। ਸੋ ਬੋਥ ਕਮ ਟੂ ਰੈਸਟ ਇਨ ਅ ਸੇਮ ਡਾਇਰੈਕਸ਼ਨ। ਸੋ ਸੇਮ ਹੀ ਡਿਸਟੈਂਸ ਜਾਂ ਡਾਇਰੈਕਸ਼ਨ ਜਾਂ ਸੇਮ ਵੈਲੋਸਿਟੀ ਦੇ ਨਾਲ ਹੀ ਕੋਈ ਅਗਰ ਚੀਜ਼ ਰੁਕੇਗੀ ਤਾਂ ਸੇਮ ਹੋਏਗਾ। ਸੋ C ਆਪਸ਼ਨ ਇਜ਼ ਦਾ ਰਾਈਟ। So next question ਆ ਜੋ, two bodies of mass 1 kg and 5 kg are dropped gently from the top of the tower. This is the important question. At the 20 centimeter from the ground, both the bodies will have the same velocity. ਦੋਨਾਂ ਦੀ velocity ਜਿਹੜੀ ਆ same ਹੋਏਗੀ। ਕਲੀਅਰ ਹੋ ਗਿਆ? ਕਿਉਂਕਿ ਗ੍ਰੈਵੀਟੇਸ਼ਨ ਫੋਰਸ ਆ ਬੱਚੇ, ਗ੍ਰੈਵੀਟੇਸ਼ਨ ਫੋਰਸ ਦੇ ਉੱਤੋਂ ਕੋਈ ਚੀਜ਼ ਉੱਪਰੋਂ ਨੀਚੇ ਗਿਰ ਰਹੀ ਆ ਤਾਂ ਡੈਫੀਨੇਟਲੀ ਉਹਨਾਂ ਦੀ velocity ਜਿਹੜੀ ਆ ਉਹ ਸੇਮ ਹੋਏਗੀ। ਨੈਕਸਟ ਆ ਜੋ, a wire is stretched under a force. If the wire suddenly snaps, temperature of wire ਤਾਂ ਕੀ ਹੋਏਗਾ?
ध्यान नाल देखो बच्चे, कहंदे एक वायर नूं स्ट्रैच किया गया अंडर फोर्स। मान लो तुहाडे कोई एक तार आ, तुसीं दोनों सिरिਆਂ ਤੋਂ ਉਹਨੂੰ खिंचना शुरू कर दिता, कोई फोर्स लगाई। इफ द वायर सडनली स्नैप्स टैंपरेचर ऑफ अ वायर, मान लो असीं ਉਹਨੂੰ ਕਿਸੇ सेक ਦੇ नीचे या हीट ਦੇ नीचे रख दिता, सडनली ਜਿਹੜੀ ਆ ਉਹਨੇ ਇਨਕਰੀਜ਼ ਹੋ ਜਾਣਾ, क्योंकि ਉਹਨੇ स्ट्रैच करना स्टार्ट कर देना। सो सडनली की हो जाऊगा, इनक्रीज़ कर जाऊगा। ऑप्शन नंबर ए इज़ द राइट। सो नैक्सट 22nd क्वेश्चन आ बच्चे, ये तुहाडा आर्टिकल ही आ। सो आर्टिकल के अकॉर्डिंगली तुसीं इहदा आंसर दे सकते हैं। ट्राई करो कि खुद करो, अदरवाइज तो बच्चे ये रिजल्ट ही आ, के इज़ डायरैक्टली प्रोपोर्शनल टू एक्स स्केयर। सो ट्राई करो कि अपना आर्टिकल ही तुहानूं जिहड़ा आ लर्न होना चाहिए है। जिहड़ा स्प्रिंग वाला आर्टिकल है, सो ਉਹਦੇ ਨਾਲ कुछ मिलता जुलता मैच करता है। सो तुसीं अदरवाइज डायरैक्ट याद कर सकते हैं, डेल्टा जिहड़ा के है डायरैक्टली प्रोपोर्शनल टू एक्स स्केयर हुंदा। नैक्सट आ पार्टिकल इज़ एक्टिंग अपॉन अ force of constant magnitude which is always perpendicular to the velocity of the particle. The motion of a particle takes place in a plane it follows। उन्होंने क्या, एक पार्टिकल आ वो एक्ट कर रहा किसी पर्टिकुलर बाय अ फोर्स ऑफ अ कॉन्सटेंट मैगनीट्यूड। कॉन्सटेंट मैगनीट्यूड मतलब मान लो मैं थानू कहां कि टेबल नू धक्का लाओ तो 4 न्यूटन की फोर्स के नाल तुसीं इहनूं धक्का लगाना, इसदा मतलब तुहाडी फोर्स कॉन्सटेंट होगी। मैं तुहानूं दसता कि 4 न्यूटन तो घटनी या वधनी नहीं चाहिए। विच इज़ ऑलवेज परपेंडिकुलर टू द वेलोसिटी ऑफ द पार्टिकल। ਇਹਦਾ मतलब उस केस ਦੇ ਵਿੱਚ ਜਿੱਥੇ ਤੁਹਾਡੀ फोर्स कॉन्सटेंट होगी, ਇਹਦਾ मतलब ਤੁਹਾਡੀ काइनेटिक एनर्जी भी कॉन्सटेंट हो जाएगी। ਇਹਦਾ मतलब डी ऑप्शन आ जाएगी कि ਤੁਹਾਡੀ काइनेटिक एनर्जी भी कॉन्सटेंट हो जाएगी। नैक्सट आ जाओ, एन ऑब्जेक्ट ऑफ मास m इज़ अलाउड टू फॉल फ्रॉम रेस्ट अलॉन्ग अ रफ इनकलाइंड प्लेन। किते रफ इनकलाइंड प्लेन ते कोई तुहाडी कोई चीज़ जिहड़ी आ घिसड़ रही आ। द स्पीड ऑफ द ऑब्जेक्ट ऑन रीचिंग द बॉटम ऑफ द प्लेन इज़ प्रोपोर्शनल टू। तो किद्दां दा होएगा बच्चे, ये एक्सप्लेन करांगे असी वर्क एनर्जी थ्योरम दे नाल। जिहड़ी वर्क एनर्जी थ्योरम आ दैट इज़ हाफ mv² इज इक्वल्स टू mgh पोटेंशियल एनर्जी माइनस म्यू mg cos थीटा मल्टीप्लाई हाइट डिवाइडेड बाय साइन थीटा, जिहड़ा उहदे विच एंगल लग रहा। हुण राजे बहुत सारे स्टूडेंट इदां दे होणगे जिन्हां नूं ये फॉर्मूला नहीं पता होएगा। एक्चुअली राजे ये क्वेश्चन जिहड़ा आ ये तुहाडा यूनिट नंबर 3 और 4 के कॉन्सैप्ट नूं मिक्स करके बनाया गया। जद कि अज तक मेरे एक्सपीरियंस के नाल, मतलब मैनू 7 साल हो गए, बच्चे 8वां साल चल रहे हैं, मेरे एक्सपीरियंस के नाल पंजाब बोर्ड दे विच अज तक कदे इदां दा क्वेश्चन नहीं आया कि किसी 2 यूनिट्स नूं मिक्स करके क्वेश्चन पूछा जाए। ये CBSE दे विच जरूर पूछा जाता है कि सैकेंड यूनिट 4th दे नाल मिक्स करके पूछ लिया जाए, या 5th दे नाल पूछ लिया जाए, या सैकेंड नूं 7th दे नाल पूछ लिया जाए। इदा क्वेश्चनस मिक्स होंदे आ सिर्फ CBSE च। पंजाब बोर्ड च अज तक कदे मिक्स होके क्वेश्चनस नहीं आए। इस करके जिहड़े वीक स्टूडेंट्स आ बच्चे वो आ क्वेश्चन छड्ड के जा सकदे आ। हुण नैक्सट स्टैप दे विच की करना, असीं m कॉमन लिता ते आपस विच कट दिता। सो इत्थों असीं वेलोसिटी निकाल सकदे हां। सो वेलोसिटी कितनी आएगी, सारिਆਂ ਨੂੰ बच्चे इत्थे 2 आ रहा तो असीं कल्ली वेलोसिटी निकालनी, तो 2 दे नाल मल्टीप्लाई कर दिता तो 2gh माइनस 2 म्यू जी cos थीटा ओवर साइन थीटा किहदे इक्वल हुंदा आ, cot थीटा दे। सो डायरैक्ट लिख दिता cot थीटा, नाल h भी है तो h अगे लिख दो। ठीक है, सानू तो कल्ला v चाहिए तो अंडर रूट दूसरी तरफ लै जाओ तो आ टर्म आ जाएगी। सो इत्थे किते भी मास है नहीं गा, उन्होंने सिर्फ मास की गल की, तो मास तो है ही नहीं, तो m0 मतलब 1। सो A0 इज़ द राइट आंसर। ठीक है जी, अदरवाइज इसका सोल्यूशन तुहानू प्रोवाइड किया होया बुक ने, तुसीं कर सकते हैं। नैक्सट 25th क्वेश्चन, 26th क्वेश्चन इंपॉर्टेंट आ बच्चे, ट्राई करो खुद करन दी। 27th क्वेश्चन ईजी आ। 28th क्वेश्चन इज़ द मोस्ट इंपॉर्टेंट। सो बच्चे मैं इस करके एक्सप्लेन नहीं कर रही क्योंकि ईजी आ ये। अंडरस्टैंडिंग बेस्ड क्वेश्चन बच्चे 4th यूनिट के मोस्ट इंपॉर्टेंट आ और ईजी क्वेश्चन आ। सो ट्राई करो कि खुद करन दी। सो लास्ट पेज बच्चे सारा मैं थोड़ा कहता कि खुद करो, 27 तो लैके 30 तक खुद करो। सो इन्हां दे विच किसी तरह की कोई भी प्रॉब्लम हो तो बच्चे कमेंट सैक्शन दे विच पुछ लेना, तो डेफिनेटली जितना ही मेरे को टाइम होएगा बच्चे थोड़ी सारी क्वेश्चनस दे जिहड़े आ प्रॉब्लम एक दिन मैं रख दूँगी उस पूरे वीडियो दे विच बच्चे तुहाडियां सिर्फ एक्सप्लेन्स वीडियो ही थोड़े प्रॉब्लम्स ही डिस्कस करांगे। सो ट्राई करो कि जिहड़े आ कोई भी प्रॉब्लम होवे तुसीं मैनूं टैलीग्राम ते दस सकदे आ या फिर यूट्यूब ते भी उस वीडियो के नीचे कमेंट करके दस सकदे आ। थोड़ी हर एक प्रॉब्लम दा सल्यूशन मिल जाएगा। 1-2 दिन लेट हो सकता है पर इदा बिल्कुल नहीं होएगा कि थोड़ी किसी प्रॉब्लम का मैं रिप्लाई ना करा या फिर
ਉਹਦੀ ਸੋਲਿਊਸ਼ਨ ਨਾ ਦੇਵਾਂ। ਸੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਬੱਚੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਚੈਨਲ ਨੂੰ ਜਿੰਨਾ ਜ਼ਿਆਦਾ ਤੁਸੀਂ ਸਪੋਰਟ ਕਰ ਸਕਦੇ ਆ ਪਲੀਜ਼ ਚੈਨਲ ਨੂੰ ਸਪੋਰਟ ਕਰੋ ਅਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਮੈਕਸੀਮਮ ਇਹਨੂੰ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ।